साडा नौजवान कुर्बानियां देण तो नहीं डरदा, साडा नौजवान गोलियां तो नहीं डरदा, साडा नौजवान डरदा हैगा गदारियां दे लेवलां तो। चलदी जंग दे विच साडीआं भैणां, साडे भरा, साडे बजुर्ग उन्हां बुचड़ां दे कैदखाने दे विच ने। ਇਹ ਸਾਡੇ ਵਾਸਤੇ चिंता ਦਾ विषय। ਸਾਡਾ ਪਹਿਲਾ ਗੋਲੀ ਨਾਲ ਲੱਗਣ ਵਾਲਾ ਸ਼ਹੀਦ ਨਵਰੀਤ ਸਿੰਘ, ਉਹਨੂੰ ਹਜੇ ਤੱਕ ਸਾਡੀ ਸਟੇਜ ਦੇ ਉੱਤੋਂ ਸ਼ਹੀਦ ਨਹੀਂ ਐਲਾਨਿਆ ਗਿਆ ਜਾਂ ਉਹਦੇ ਲਈ ਵੱਡਾ ਸ਼ਹੀਦੀ ਸਮਾਗਮ ਨਹੀਂ ਕੀਤਾ ਗਿਆ। ਇੱਕ ਹੁਕਮ ਦੇ ਵਿੱਚ, ਇੱਕ ਹੁਕਮ ਦੇ ਨਾਲ ਪੂਰੇ ਭਾਰਤ ਦੀਆਂ ਰੇਲਾਂ ਰੁਕ ਜਾਂਦੀਆਂ ਨੇ। ਉੱਥੇ ਬੰਦਾ ਬਿਠਾਉਣ ਦੀ ਲੋੜ ਨਹੀਂ, ਬੇਸ਼ੱਕ ਸਾਡੇ ਆਗੂ ਉੱਥੇ ਇੱਟ ਧਰ ਦੇਣ, ਉੱਥੋਂ ਦੀ ਰੇਲ ਨਹੀਂ ਟੱਪਦੀ। ਪਰ ਜੋ ਸਾਡੀਆਂ ਸ਼ਕਤੀਆਂ ਨੇ ਉਹਨਾਂ ਦਾ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ। ਸੀਮਤ ਸਮੇਂ ਦੇ ਵਿੱਚ ਇੱਕ ਵੱਡਾ ਐਲਾਨ, ਵੱਡੀ ਜੰਗ ਉੱਥੇ ਛੇੜੀ ਜਾਵੇ। ਉਹਦਾ ਰੂਪ ਇਹ ਨਿਰਧਾਰਿਤ ਕਰ ਸਕਦੇ ਨੇ, ਉਹ ਜੇਲ੍ਹ ਪਰੋਂ ਦਾ ਹੋ ਸਕਦਾ ਹੈ, ਤਿਹਾੜ ਪਰੋਂ ਦਾ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਪਰ ਸਾਨੂੰ ਅੱਜ ਇਸ ਵੱਡੇ ਫੈਸਲੇ ਦੀ ਜ਼ਰੂਰਤ ਹੈ। ਉਸ ਦਾ ਬਾਲ ਵਿੰਗਾ ਨਹੀਂ ਹੋਣਾ ਚਾਹੀਦਾ ਹੈ, ਠੋਕ ਕੇ ਸਟੈਂਡ ਲਵੇ। ਅੱਜ ਸਾਡੇ ਜਿਹੜੇ ਆਗੂ ਨੇ ਇੱਕ ਜਿਹੜਾ ਫਰਮਾਨ ਇੱਥੋਂ ਮੁੱਖ ਮੰਤਰੀਆਂ ਨੂੰ ਜਾਰੀ ਕਰਨ। ਅਸੀਂ ਨੌਜਵਾਨ ਤੇ ਸਾਡੇ ਬਜ਼ੁਰਗ, ਮਾਤਾ ਭੈਣਾਂ, ਪੰਜਾਬ ਤੋਂ ਸੰਘਰਸ਼ ਇੱਕ ਉੱਠਿਆ, ਬਹੁਤ ਵੱਡੀ ਲਹਿਰ ਉੱਠੀ ਹੈ। ਉਹਦੇ ਵਿੱਚ ਸ਼ੁਰੂ ਤੋਂ ਬਹੁਤ ਵੱਡੀ ਸੁਚੱਜੇ ਢੰਗ ਨਾਲ ਸਾਡੇ ਆਗੂਆਂ ਦੇ ਰਹਿਨਮਾਈ ਲੜਦੇ ਲੜਦੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਪਹੁੰਚੇ ਹਾਂ। ਇਸ ਧਰਨੇ ਦੇ ਵਿੱਚ ਮੈਂ 10 ਅਗਸਤ ਤੋਂ ਜਦੋਂ ਬਠਿੰਡੇ ਦੇ ਵਿੱਚ ਜੇਲ੍ਹ ਭਰੋ ਅੰਦੋਲਨ ਹੋਇਆ ਸੀ, ਉਦੋਂ ਤੋਂ ਇਸ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ, ਜੁੜੇ ਹੋਏ ਹਾਂ। ਅਸੀਂ ਅੱਜ ਸਿੱਧੇ ਆ ਕੇ ਇੱਥੇ ਸਟੇਜ ਤੇ ਬੋਲਣ ਨਹੀਂ ਲੱਗੇ। ਤਾਂ ਇਸ ਧਰਨੇ ਦੇ ਜਿਹੜੇ ਮੇਨ 2 ਪੜਾਅ ਨੇ, ਇੱਕ 26 ਤੋਂ ਪਹਿਲਾਂ ਦਾ ਤੇ ਇੱਕ 26 ਤੋਂ ਬਾਅਦ ਦਾ। 26 ਦੇ ਪੜਾਅ ਤੋਂ ਪਹਿਲਾਂ ਜਦੋਂ ਤੋਂ ਪੰਜਾਬ ਤੋਂ ਧਰਨਾ ਇੱਥੇ ਉੱਠਿਆ ਤੇ ਇੱਥੋਂ ਤੱਕ ਬਨੂਹਾਂ ਤੱਕ ਪਹੁੰਚਿਆ, ਬੜੀ ਚੜ੍ਹਦੀ ਕਲਾ ਦੇ ਵਿੱਚ ਸੀ, ਬੜਾ ਜੋਸ਼ੋ ਹਵੋਸ਼ ਦੇ ਨਾਲ ਇੱਥੇ ਪਹੁੰਚਿਆ ਤੇ ਸਾਡਾ ਦਬਾਅ ਸੀ, ਸਾਡੇ ਲਰਕਰੇ ਦੇ ਨਾਲ ਇਹਨਾਂ ਦੀਆਂ ਲੱਤਾਂ ਜਿਹੜੀਆਂ ਕੰਬਦੀਆਂ ਸੀ ਸਰਕਾਰ ਦੀਆਂ। ਤੇ 26 ਤੋਂ ਬਾਅਦ ਦਾ ਜੋ ਇਨਸੀਡੈਂਟ ਹੋਇਆ, ਉਹਦੇ ਵਿੱਚ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਜੋ ਸਾਡਾ ਧਰਨਾ ਉਹ ਛੋਟਾ ਨਹੀਂ ਹੋਇਆ, ਸਾਡਾ ਧਰਨਾ ਬਹੁਤ ਵੱਡਾ ਰੂਪ ਧਾਰਨ ਕਰ ਗਿਆ ਹੈਗਾ। ਉਹ ਪੰਜਾਬ ਤੇ ਹਰਿਆਣੇ ਦਾ ਨਹੀਂ, ਯੂਪੀ, ਰਾਜਸਥਾਨ, ਕੱਲ ਤੁਸੀਂ ਰੇਲ ਰੋਕੋ ਦੇਖਿਆ ਹੋਊਗਾ, ਉਹਦੇ ਵਿੱਚ ਵੈਸਟ ਬੰਗਾਲ ਤੇ ਬਿਹਾਰ ਉਹਦੇ ਵਿੱਚ ਐਡ ਹੋਏ ਨੇ। ਇੱਥੋਂ ਤੱਕ ਹੀ ਨਹੀਂ, ਇਹ ਸਾਡੀ ਜਿਹੜੀ ਸਪੋਰਟ ਹੈ ਉਹ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੀ। ਤਾਂ ਸਾਡਾ ਜਿਹੜਾ ਧਰਨਾ ਅੱਜ ਦੀ ਘੜੀ ਦੇ ਵਿੱਚ ਅੰਤਰਰਾਸ਼ਟਰੀ ਬਣ ਚੁੱਕਾ ਹੈਗਾ, ਪੂਰੇ ਦੁਨੀਆ ਦੇ ਵਿੱਚ ਇਹਦਾ ਇੱਕ ਬੋਲਬਾਲਾ ਹੈਗਾ। ਪਰ ਇੱਕ ਨਵੀਂ ਗੱਲ ਇਹਦੇ ਵਿੱਚ ਹੋਈ ਹੈ ਕਿ ਜਦੋਂ ਸਾਡਾ ਧਰਨਾ ਉਦੋਂ ਚੱਲਿਆ ਸੀ, ਸ਼ੁਰੂ ਹੋਇਆ ਸੀ, ਉਦੋਂ ਸਾਡਾ ਸੈਂਟਰ ਤੇ ਦਬਾਅ ਬਹੁਤ ਜ਼ਿਆਦਾ ਸੀ। ਪਰ 26 ਤੋਂ ਬਾਅਦ ਸਾਡਾ ਜਿਹੜਾ ਦਬਾਅ, ਉਲਟਾ ਦਬਾਅ ਸਾਡੇ ਤੇ ਹੋ ਗਿਆ, ਧਰਨਾ ਵੱਡਾ ਹੋ ਗਿਆ। ਇੱਕ ਅਸੀਂ ਜੋ ਜੰਗ ਲੜ ਰਹੇ ਹਾਂ, ਇਹ ਨਸਲ ਤੇ ਫਸਲ ਦੀ ਜੰਗ ਲੜ ਰਹੇ ਹਾਂ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਾਂ। ਇਹ ਲੜਾਈ ਦੇ ਵਿੱਚ ਇੱਕ ਜੋ ਵੱਡਾ ਸਾਡਾ ਚਿੰਤਾ ਦਾ ਵਿਸ਼ਾ ਹੈਗਾ, ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈਗਾ, ਚਲਦੀ ਜੰਗ ਦੇ ਵਿੱਚ ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਬਜ਼ੁਰਗ ਉਹਨਾਂ ਬੁਚੜਾਂ ਦੇ ਕੈਦਖਾਨੇ ਦੇ ਵਿੱਚ ਨੇ। ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ। ਅਸੀਂ ਇਕੱਠੇ ਹੋ ਕੇ ਨੌਜਵਾਨ ਇੱਕ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਇੱਥੇ ਇਹਨਾਂ ਦੇ ਅੱਗੇ ਇੱਕ ਸੁਝਾਅ ਲੈ ਕੇ ਆਏ ਆ, ਇੱਕ ਅਪੀਲ ਲੈ ਕੇ ਆਏ ਆ, ਇੱਕ ਮੰਗ ਲੈ ਕੇ ਆਏ ਆ। ਸਾਡੀ ਸ਼ਕਤੀ ਅੱਜ ਇੰਨੀ ਵਿਸ਼ਾਲ ਹੈ, ਇੰਨੀ ਵੱਡੀ ਹੈ, ਸਾਡੇ ਆਗੂਆਂ ਦੇ ਇੱਕ ਹੁਕਮ ਦੇ ਵਿੱਚ, ਇੱਕ ਹੁਕਮ ਦੇ ਨਾਲ ਪੂਰੇ ਭਾਰਤ ਦੀਆਂ ਰੇਲਾਂ ਰੁਕ ਜਾਂਦੀਆਂ ਨੇ। ਉੱਥੇ ਬੰਦਾ ਬਿਠਾਉਣ ਦੀ ਲੋੜ ਨਹੀਂ, ਬੇਸ਼ੱਕ ਸਾਡੇ ਆਗੂ ਉੱਥੇ ਇੱਟ ਧਰ ਦੇਣ, ਉੱਥੋਂ ਦੀ ਰੇਲ ਨਹੀਂ ਟੱਪਦੀ। ਪਰ ਜੋ ਸਾਡੀਆਂ ਸ਼ਕਤੀਆਂ ਨੇ ਉਹਨਾਂ ਦਾ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ। ਜੋ ਸਾਡੇ ਭੈਣ, ਸਾਡੇ ਨੌਜਵਾਨ ਭਰਾ ਨੇ, ਉਹਨਾਂ ਦੀ ਰਿਹਾਈ ਲਈ ਇੱਕ ਜ਼ਮਾਨਤਾਂ ਵੱਖ ਚੀਜ਼ ਹੈ, ਉਹਨਾਂ ਦੇ ਪਰਚੇ ਰੱਦ ਕਰਾਉਣ ਲਈ ਇੱਕ ਵੱਡਾ ਫੈਸਲਾ, ਇੱਕ ਵੱਡਾ ਕਦਮ ਚੁੱਕਣਾ ਜ਼ਰੂਰੀ ਹੈ। ਸਾਡੀ ਬੇਨਤੀ ਹੈ, ਸਾਡੀ ਅਪੀਲ ਹੈ, ਸਾਡਾ ਸੁਝਾਅ ਹੈਗਾ ਸੰਯੁਕਤ ਮੋਰਚੇ ਨੂੰ, ਪਹਿਲਾ ਸੁਝਾਅ ਹੈਗਾ ਕਿ ਇਹਨਾਂ ਬੁਚੜਾਂ ਨੂੰ ਇੱਕ ਸਮਾਂ ਦਿੱਤਾ ਜਾਵੇ ਕਿ ਸਾਡੇ ਜਿਹੜੇ ਨੌਜਵਾਨ ਸਾਥੀਆਂ ਤੇ ਪਰਚੇ ਨੇ ਉਹ ਰੱਦ ਕੀਤੇ ਜਾਣ। ਨਹੀਂ ਫਿਰ ਇੱਕ ਸੀਮਤ ਸਮੇਂ ਦੇ ਵਿੱਚ ਇੱਕ ਵੱਡਾ ਐਲਾਨ, ਵੱਡੀ ਜੰਗ ਉੱਥੇ ਛੇੜੀ ਜਾਵੇ। ਉਹਦਾ ਰੂਪ ਇਹ ਨਿਰਧਾਰਿਤ ਕਰ ਸਕਦੇ ਨੇ, ਉਹ ਜੇਲ੍ਹ ਪਰੋਂ ਦਾ ਹੋ ਸਕਦਾ ਹੈ, ਤਿਹਾੜ ਪਰੋਂ ਦਾ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਪਰ ਸਾਨੂੰ ਅੱਜ ਇਸ ਵੱਡੇ ਫੈਸਲੇ ਦੀ ਜ਼ਰੂਰਤ ਹੈ। ਦੂਸਰਾ, ਅੱਜ ਜੋ ਸਾਡੀ ਸ਼ਕਤੀ ਹੈ, ਇੱਕ ਪਾਸੇ ਨੌਜਵਾਨ ਨੇ,
ਇੱਕ ਪਾਸੇ ਬਜ਼ੁਰਗ ਨੇ, ਦੋਨਾਂ ਦਾ ਜੋ ਸੁਮੇਲ ਹੋਇਆ ਹੈ, ਸਾਰੇ ਧਰਮਾਂ ਦਾ ਸੁਮੇਲ ਹੋਇਆ ਹੈ, ਉਹ ਸਾਡੀ ਵੱਡੀ ਸ਼ਕਤੀ ਹੈ। ਪਰ ਜਦੋਂ ਸਾਡੀ ਲੜਾਈ ਦੇ ਵਿੱਚ ਪਹਿਲਾਂ ਸਾਡੇ ਬੁਲਾਰੇ ਬੋਲ ਕੇ ਗਏ ਨੇ, ਕਲੀਅਰ ਕਰਕੇ ਗਏ ਨੇ, ਸਾਡਾ ਪਹਿਲਾ ਗੋਲੀ ਨਾਲ ਲੱਗਣ ਵਾਲਾ ਸ਼ਹੀਦ ਨਵਰੀਤ ਸਿੰਘ, ਉਹਨੂੰ ਹਜੇ ਤੱਕ ਸਾਡੀ ਸਟੇਜ ਦੇ ਉੱਤੋਂ ਸ਼ਹੀਦ ਨਹੀਂ ਐਲਾਨਿਆ ਗਿਆ ਜਾਂ ਉਹਦੇ ਲਈ ਵੱਡਾ ਸ਼ਹੀਦੀ ਸਮਾਗਮ ਨਹੀਂ ਕੀਤਾ ਗਿਆ। ਸਾਡੀ ਜੋ ਲੜਾਈ ਹੈ ਇਹ ਫਸਲਾਂ ਤੇ ਨਸਲਾਂ ਦੀ ਹੈ, ਇਹਦੇ ਵਾਸਤੇ ਜਾਨਾਂ ਦੇਣੀਆਂ ਪੈਣੀਆਂ। ਸਾਡਾ ਨੌਜਵਾਨ ਕੁਰਬਾਨੀਆਂ ਦੇਣ ਤੋਂ ਨਹੀਂ ਡਰਦਾ, ਸਾਡਾ ਨੌਜਵਾਨ ਗੋਲੀਆਂ ਤੋਂ ਨਹੀਂ ਡਰਦਾ, ਸਾਡਾ ਨੌਜਵਾਨ ਡਰਦਾ ਹੈਗਾ ਗਦਾਰੀਆਂ ਦੇ ਲੇਬਲਾਂ ਤੋਂ। ਸਾਨੂੰ ਸਾਡੇ ਜੋ ਆਗੂ ਨੇ, ਜੇ ਸਾਡਾ ਕੋਈ ਬੰਦਾ ਸ਼ਹੀਦ ਹੁੰਦਾ, ਨੌਜਵਾਨ ਸ਼ਹੀਦ ਹੁੰਦਾ, ਤਾਂ ਉਹਦੇ ਨਾਲ ਮੋਢਾ ਜੋੜ ਕੇ ਖੜਨ, ਉਹਦੇ ਪਰਿਵਾਰ ਨਾਲ ਖੜਨ, ਉਹਦਾ ਸ਼ਹੀਦੀ ਦਾ ਮੁੱਲ ਪਾਇਆ ਜਾਵੇ। ਜੇ ਕੋਈ ਮਾਂ ਦਾ ਪੁੱਤ ਸ਼ਹੀਦ ਹੁੰਦਾ ਤਾਂ ਉਹਦਾ ਇੱਕ ਵੱਖਰਾ ਰੁਤਬਾ ਹੋਵੇ, ਇੱਥੇ ਸਟੇਜ ਦੇ ਲਾਗੇ ਇੱਕ ਵੱਡੀ ਫੋਟੋ ਹੋਵੇ ਉਹਦੀ, ਜਿੱਥੇ ਵੱਡਾ ਉਹਨੂੰ ਸਾਡੀ ਸ਼ਰਧਾਂਜਲੀ ਦਿੱਤੀ ਜਾਵੇ। ਇਹ ਸਾਡਾ ਇੱਕ ਦੂਸਰਾ ਸੁਝਾਅ। ਜੋ ਨੌਜਵਾਨਾਂ ਤੇ ਅੱਜ ਜਿਹੜਾ ਮੋਰਚਾ ਹੈਗਾ ਉਹਦੇ ਵਿੱਚ ਥੋੜਾ ਬਹੁਤ ਬਖਰੇਵਾ ਬਹੁਤ ਥੋੜਾ ਸੀਗਾ, ਪਰ ਉਸ ਨੂੰ ਇੱਕ ਮੀਡੀਆ ਨੇ ਵੱਡੇ ਰੂਪ ਦੇ ਵਿੱਚ ਪੇਸ਼ ਕੀਤਾ ਤੇ ਸਾਡੀਆਂ ਦੋ ਧਿਰਾਂ ਬਣਾਤੀਆਂ। ਅੱਜ ਇੱਕ ਅਸੀਂ ਸੰਧੀ ਕਰਨ ਆਏ ਆ ਇਹਨਾਂ ਸੁਝਾਵਾਂ ਤੇ, ਇਹਨਾਂ ਮੰਗਾਂ ਤੇ। ਜੇ ਸਾਡੀਆਂ ਇਹਨਾਂ ਮੰਗਾਂ ਨੂੰ ਮੰਨਿਆ ਜਾਊਗਾ ਤਾਂ ਨੌਜਵਾਨ ਪੰਜਾਬ ਦੇ ਵਿੱਚੋਂ ਦੂਜੀ ਕਾਲ ਦੇ ਵਿੱਚ, ਪੰਜਾਬ ਨਹੀਂ ਪੰਜਾਬ ਹਰਿਆਣਾ ਯੂਪੀ ਦੇ ਵਿੱਚੋਂ ਇੱਥੇ ਵੱਧ ਚੜ ਕੇ ਹਿੱਸਾ ਲਊਗਾ। ਸਾਨੂੰ ਪਤਾ ਹੈਗਾ ਜੋ ਇਸ ਦੇਸ਼ ਦੀ, ਜਿਹੜੇ ਦੇਸ਼ ਦੇ ਅਸੀਂ ਤਿਰੰਗੇ ਦੀ ਸਨਮਾਨ ਦੀ ਗੱਲ ਕਰਦੇ ਆਂ, ਉਸ ਤਿਰੰਗੇ ਦੀ ਰਾਖੀ ਇਹੀ ਨੌਜਵਾਨ ਉੱਥੇ ਪੰਜਾਬ ਹਰਿਆਣਾ ਸਭ ਤੋਂ ਵੱਧ ਉੱਥੇ ਡਟ ਕੇ ਕਰਦਾ ਹੈਗਾ। ਇਹਨਾਂ ਦੀ ਰਾਖੀ ਵੀ ਉਹੀ ਕਰਦੇ ਨੇ, ਪਰ ਸਾਨੂੰ ਜੋ ਮਾਨ ਸਨਮਾਨ ਮਿਲਣਾ ਚਾਹੀਦਾ ਉਹਦੀ ਅਸੀਂ ਗੁਜ਼ਾਰਿਸ਼ ਕਰਦੇ ਹਾਂ। ਤੀਸਰਾ ਸਾਡਾ ਸੁਝਾਅ ਹੈਗਾ, ਸਾਡੇ ਨੌਜਵਾਨਾਂ ਤੇ ਧੜਾ ਪਰਚੇ ਕੀਤੇ ਜਾ ਰਹੇ ਨੇ। ਕੱਲ 200 ਫੋਟੋ ਹੋਰ ਐਲਾਨ ਦਿੱਤੀ ਗਈ ਹੈਗੀ, ਸਾਡੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਨੇ। ਸੰਯੁਕਤ ਮੋਰਚਾ ਆਪਣੀ ਸ਼ਕਤੀ ਨੂੰ, ਆਪਣੀ ਜਿਹੜੀ ਪਾਵਰ ਹੈ ਉਹਦਾ ਇਸਤੇਮਾਲ ਕਰਦਾ ਹੋਇਆ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਾਂ ਜੋ ਵੀ ਜਿਸ ਸਟੇਟ ਦਾ ਮੁੱਖ ਮੰਤਰੀ ਉਹਨੂੰ ਅਪੀਲ ਕਰੇ, ਜੇਕਰ ਦਿੱਲੀ ਦੀ ਪੁਲਿਸ ਸਾਡੇ ਪੰਜਾਬ ਦੇ ਵਿੱਚ ਸਾਡੇ ਕਿਸੇ ਘਰ ਦੇ ਵਿੱਚ ਵੜਦੀ ਹੈ, ਸਾਡਾ ਕੋਈ ਨੌਜਵਾਨ ਪੰਜਾਬ ਤੋਂ ਚੱਕਿਆ ਜਾਂਦਾਗਾ, ਤਾਂ ਉਹਦਾ ਜ਼ਿੰਮੇਵਾਰ ਕੈਪਟਨ ਖੁਦ ਹੋਊਗਾ, ਸਾਡਾ ਮੁੱਖ ਮੰਤਰੀ ਆਪ ਹੋਊਗਾ। ਇਹ ਸਾਡੀ ਜਿਹੜੀ ਸ਼ਕਤੀ ਹੈਗੀ। ਸਾਡੇ 120 ਜਵਾਨਾਂ ਦਾ, ਅਸੀਂ ਸਾਡੇ ਕਿਸਾਨਾਂ ਦਾ ਅਸੀਂ ਕੋਈ ਵੱਖ ਨਹੀਂ, ਸਾਡੇ ਮੂਹਰੇ ਕੋਈ ਉਹਨਾਂ ਦੀ ਕੋਈ ਫੋਟੋ ਨਹੀਂ। ਸਾਡੇ ਲਈ ਸਾਰੇ ਇੱਕ ਨੇ, ਸਾਡੇ ਲਈ ਸਾਰੇ ਇਕੱਠੇ ਨੇ। ਸਾਡੇ ਕਿਸੇ ਨੌਜਵਾਨ ਦਾ ਕਿਸੇ ਵੀ ਜੋ ਵੀ ਫੋਟੋ ਰਿਲੀਜ਼ ਹੋਈ ਹੈ, ਕਿਸੇ ਦੇ ਘਰੇ ਨੋਟਿਸ ਗਿਆਗਾ, ਉਸ ਦਾ ਬਾਲ ਵਿੰਗਾ ਨਹੀਂ ਹੋਣਾ ਚਾਹੀਦਾ ਹੈ। ਠੋਕ ਕੇ ਸਟੈਂਡ ਲਵੇ। ਅੱਜ ਸਾਡੇ ਜਿਹੜੇ ਆਗੂ ਨੇ ਇੱਕ ਜਿਹੜਾ ਫਰਮਾਨ ਇੱਥੋਂ ਮੁੱਖ ਮੰਤਰੀਆਂ ਨੂੰ ਜਾਰੀ ਕਰਨ, ਸਾਡੇ ਨੌਜਵਾਨਾਂ ਦੀ ਰੱਖਿਆ ਸਾਡੀ ਪੁਲਿਸ ਕਰੇ, ਸਾਡੇ ਲੋਕ ਕਰਨ ਉੱਥੇ। ਇਹ ਸਾਡੀ ਮੰਗ ਹੈ। ਇੱਕ ਚੌਥਾ ਹੈਗਾ, ਉਹਦੇ ਵਿੱਚ ਸਾਡੇ ਸਟੇਜ ਨੇ ਸਾਡੇ ਆਗੂਆਂ ਨੇ ਬੈਠ ਕੇ ਵਿਚਾਰਨ ਦੀ ਪਿੱਛੇ ਗੱਲ ਕੀਤੀ ਹੈਗੀ, ਉਹ ਵੀ ਥੋੜਾ ਜਿਹਾ ਸਾਡਾ ਬਖਰੇਵਾ ਹੈ, ਉਹ ਅਸੀਂ ਗੱਲ ਕਰਾਂਗੇ। ਇੱਕ ਚੌਥਾ ਸਾਡਾ ਸੁਝਾਅ ਹੈਗਾ। ਤੇ ਬਾਕੀ ਮੇਰਾ ਵੀਰ ਨਵਦੀਪ ਹੈ, ਵਾਟਰ ਕੈਨਨ ਵਾਲਾ ਵੀਰ ਕਹਿੰਦੇ ਆ, ਇਹ ਵੀ ਜਿਹੜੀ ਗੱਲ ਆ ਉਸ ਨੂੰ ਪੂਰੀ ਕਰੂਗਾ। ਗੱਲਾਂ ਸਾਡੀਆਂ ਇੱਕੋ ਨੇ, ਬਾਰ-ਬਾਰ ਦੋਨੋਂ ਇੱਕੋ ਹੀ ਗੱਲਾਂ ਨੂੰ ਰੱਖਾਂਗੇ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਸਮਾਂ ਵੀ ਵੱਧ ਲੈ ਜਾਾਂਗੇ, ਤੇ ਗੱਲ ਸਾਡੀ ਉਹੀ ਹੈਗੀ। ਤੇ ਮੈਂ ਧੰਨਵਾਦ ਕਰਦਾਗਾ ਸਾਡੇ ਬਲਦੇਵ ਸਿੰਘ ਸਿਰਸਾ ਸਾਹਿਬ ਦਾ, ਜਦੋਂ ਸਾਡੀ ਗੱਲ ਦਾ, ਸਾਡੇ ਰੋਸ ਦਾ ਜਾਂ ਸਾਡੀ ਜਾਗਰਤੀ ਜੋ ਸੀ, ਇਸ ਇੱਕ ਰੋਸ ਲੈ ਕੇ ਆਇਆ, ਜਾਗਰਤੀ ਮਾਰਚ ਲੈ ਕੇ ਆਂਦਾਗਾ, ਇਹਨਾਂ ਨੇ ਸਾਡੀਆਂ ਗੱਲਾਂ ਸੁਣੀਆਂ, ਉਹਨਾਂ ਤੇ ਚਿੰਤਨ ਕੀਤਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਵਿਚਾਰਨ ਦਾ ਸਾਨੂੰ ਇੱਕ ਭਰੋਸਾ ਦਿਵਾਇਆ ਗਿਆ। ਅਸੀਂ ਸੰਯੁਕਤ ਮੋਰਚੇ ਦਾ ਧੰਨਵਾਦ ਕਰਦੇ ਹਾਂ। ਦੂਸਰੀਆਂ ਜੋ ਗੱਲਾਂ ਕੋਈ ਸਾਡੇ ਵਿੱਚ ਚੱਲਦੀਆਂ ਨੇ ਜਾਂ ਕੋਈ ਵੀ ਗੱਲ ਕਰਦਾਗਾ, ਪਹਿਲੀ ਗੱਲ ਅਸੀਂ ਇੱਥੇ ਖੜ ਕੇ ਨੌਜਵਾਨ ਕਲੀਅਰ ਕਰਦੇ ਹਾਂ, ਸਾਡੇ ਆਗੂ ਸਾਡਾ ਮਾਣ ਹੈ, ਸਾਡਾ ਸੰਯੁਕਤ ਮੋਰਚਾ ਸਾਡਾ ਮਾਣ ਹੈ, ਇਹਦਾ ਕੋਈ ਤੋੜ ਨਹੀਂ। ਪਰ ਜੇ ਕੋਈ ਨੌਜਵਾਨ ਕੋਈ ਗੱਲ ਰੱਖਦਾ, ਕੋਈ ਵੀ ਤਰ੍ਹਾਂ ਦਾ ਕੋਈ ਸੁਝਾਅ ਦਿੰਦਾਗਾ, ਮੇਰੀ ਇਹ ਵੀ ਨਾਲ ਬੇਨਤੀ ਹੈ, ਉਤੇ ਬੀਜੇਪੀ ਦੇ IT ਸੈੱਲ ਦਾ ਲੈਵਲ ਨਾ ਲਾਇਆ ਜਾਵੇ, ਉਹਦਾ ਸੁਝਾਅ ਸੁਣਿਆ ਜਾਵੇ, ਉਹਨੂੰ ਆਪਣਾ ਪੁੱਤ ਸਮਝ ਕੇ ਉਹਦੀ ਗੱਲ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ, ਉੱਤੇ ਕੰਮ ਕੀਤਾ ਜਾਵੇ। ਬਾਕੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।